आओ लड़ीवार गुरबाणी के विचार नाल जुड़ना करिए जी। उस तो पहला गुरु चरणों विच अपनियां ते दास दियां लवाओ हाजरियां। गुरु को बख्शिया फतेह का नारा करो बुलंद, गज के आखो जी वाहिगुरू जी का खालसा वाहिगुरू जी की फतेह। सतनाम श्री वाहिगुरू साहिब जीओ। श्री राग महला पंजवा। मिल साधु सुख उपजै। श्री राग महला पंजवा। मिल सतगुर सब दुख गया, हर सुख वसिया मन आए। अंतर जोत परगसिया, एक स्यों लिव लाए। मिल साधु मुख उजला, पूरब लिखिया पाए। गुण गोबिंद नित गावने, निर्मल साचै नाए। मेरे मन गुर शब्दी सुख होए। गुरपुरे की चाकरी, मिर्था जाए न कोई रहा। वाहिगुरू जी का खालसा वाहिगुरू जी की फतेह। अज दा ये शब्द पंजवें पातशाह शहीदां दे सिरताज छत्र चबर तखत दे मालक आप परमेश्वर सतगुरु श्री गुरु अर्जन देव महाराज जी का उचारण किया होया। इस शब्द राही धन धन श्री गुरु अर्जन देव महाराज जी की बख्शिश करते हैं। श्री राग महला पंजवा। मिल सतगुर सब दुख गया, हर सुख वसिया मन आए। गुरु दे नाल मिल के, गुरु वाले बन के, गुरु दे चरनी लग के जीव दे दुखां दा खात्मा हो जांदा, सुख प्राप्त हो जांदा, आत्मक आनंद प्राप्त हो जांदा। जिथे वो अपना जीवन सवारते हैं उथे अनेकां होर जीवां नूं भी तारते हैं। जिस तरह धन धन श्री गुरु पातशाह जी की हजूरी विच आए सिख बाबा बुढ़ा जी, भाई गुरदास और गुरु प्यारिओ, इसे तरह ही भाई फेरू, भाई भगतू, भाई सालो, भाई बहलो, विधि चंद, भाई जेठा आदि अनेकां गुरसिखां दे इतिहास भरे पे हैं, जिन्हां ने सतगुरां नाल मिल के, सतगुरां नाल आप जुड़ के आत्मक आनंद माणिया ते होरनां नूं भी तारिया, परमेश्वर नाल जोड़िया, गुरु नाल जोड़िया। जिमें गल स्पष्ट है, पंजवें पातशाह जी ने भाई मंझ नूं गलवकड़ी विच लैके की कहा सी, मंझ प्यारा गुरु को, गुरु मंझ प्यारा, मंझ गुरु खा बोहे था जग लंघन हारा। ये मंझ मैनू बहुत प्यार करता है, इसे करके ये मेरा बहुत प्यारा है। और हुण तां यह समुंदरी बेड़ा बन गया, जिथे आप तरिया होरां नूं भी तारेगा। तो ये केवल एक भाई मंझ वास्ते ही बचन नहीं, ये सारे सिखां वास्ते बचन है। जिन्नी नाम ध्याया गए मशक्कत घाल, नानक ते मुख उजले, होर केती छुट्टी नाल। तो बाबा बुढ़ा जी होरां ने प्रचार किया, भाई गुरदास जी ने प्रचार किया, भाई बहलो, भाई सालो, भाई भगतू आदि। सतवें पातशाह वेले भाई फेरू होया। इन्हां सारिया सिखां ने
ਜਿੱਥੇ ਗੁਰੂ ਨਾਲ ਮਿਲ ਕੇ ਆਪਣੇ ਦੁੱਖਾਂ ਦਾ ਖਾਤਮਾ ਕੀਤਾ, ਹੋਰ ਦੂਸਰਿਆਂ ਨੂੰ ਵੀ ਗਾਈਡ ਕੀਤਾ। ਜਿਵੇਂ ਅੱਜ ਦਾ ਫਰਮਾਨ ਹੈ, ਕੋਈ ਜਨ ਹਰਿ ਸਿਉ ਦੇਵੈ ਜੋਰ, ਅੱਜ ਦਾ ਹੁਕਮਨਾਮਾ। ਕੋਈ ਜਨ ਹਰਿ ਸਿਉ ਦੇਵੈ ਜੋਰ, ਚਰਨ ਗਹੋਂ ਬਾਕੋਂ ਸ਼ੁਭ ਰਸਨਾ, ਦੀਜੈ ਪ੍ਰਾਨ ਕੋਰ। ਮੈਨੂੰ ਕੋਈ ਰੱਬ ਦਾ ਪਿਆਰਾ ਪਰਮੇਸ਼ਰ ਨਾਲ ਜੋੜ ਦੇਵੇ, ਗੁਰੂ ਨਾਲ ਜੋੜ ਦੇਵੇ, ਮੈਂ ਉਹਦੇ ਚਰਨਾਂ ਦੀ ਧੂੜ ਹੋ ਜਾਵਾਂ, ਉਹਦੇ ਚਰਨੀ ਪਾਵਾਂ, ਉਹਦੇ ਪੈਰੀ ਲੱਗਾ, ਆਪਣਾ ਜੀਵਨ ਉਸ ਤੋਂ ਕੁਰਬਾਨ ਕਰ ਦੇਵਾਂ। ਜੇ ਕੋਈ ਮੈਨੂੰ ਗੁਰੂ ਪਰਮੇਸ਼ਰ ਮਿਲਾ ਦੇਵੇ। ਤੇ ਇਸ ਕਰਕੇ ਪੰਜਵੇਂ ਪਾਤਸ਼ਾਹ ਜੀ ਜਿੱਥੇ ਆਪ ਸੰਸਾਰ ਨੂੰ ਉਤਾਰਦੇ ਸੀ, ਉੱਥੇ ਸਿੱਖਾਂ ਦੀਆਂ ਡਿਊਟੀਆਂ ਵੀ ਲਾਉਂਦੇ ਸੀ। ਪਹਿਲੇ ਪਾਤਸ਼ਾਹ ਜੀ ਨੇ ਵੀ ਇਹ ਕਾਰਜ ਕੀਤੇ। ਹਜ਼ਾਰਾਂ ਕੋਹ ਦੀ ਯਾਤਰਾ ਪੈਦਲ ਕਰਕੇ ਉਹਨਾਂ ਨੇ ਜਿੱਥੇ ਜਿੱਥੇ ਦੁਨੀਆ ਵਿੱਚ ਘਾਟ ਆਈ ਸੀ, ਉੱਥੇ ਉੱਥੇ ਪਹੁੰਚ ਕੇ ਗਾਈਡ ਕੀਤਾ, ਮਾਰਗਦਰਸ਼ਨ ਕੀਤਾ, ਉਪਦੇਸ਼ ਦਿੱਤਾ। ਫਿਰ ਉੱਥੇ ਕੋਈ ਨਾ ਕੋਈ ਮਨੁੱਖ ਫੜਿਆ, ਲਗਭਗ ਸਤਿਗੁਰੂ ਉਸ ਇਲਾਕੇ ਦਾ ਮੁਖੀ ਫੜਦੇ ਨੇ। ਕਿਸੇ ਰਾਜੇ ਨੂੰ, ਕਿਸੇ ਹੋਰ ਸਿਆਣੇ ਬੰਦੇ ਨੂੰ ਹੋਰ ਵੀ ਬ੍ਰਹਮ ਗਿਆਨ ਦੇ ਕੇ ਉਹਨੂੰ ਸਿਆਣਾ ਕਰ ਦਿੰਦੇ ਹੈ, ਗੁਰਮੁਖ ਬਣਾ ਦਿੰਦੇ ਹੈ। ਫਿਰ ਉਹਨਾਂ ਨੂੰ ਅੱਗੇ ਪ੍ਰਚਾਰ ਦੀ ਡਿਊਟੀ ਲਾਉਂਦੇ ਹੈ। ਕਈ ਵਿਗੜਿਆਂ ਹੋਇਆਂ ਨੂੰ ਵੀ ਸਿੱਧੇ ਰਸਤੇ ਪਾ ਕੇ ਉਹਨਾਂ ਤੋਂ ਸਿੱਖੀ ਦਾ ਪ੍ਰਚਾਰ ਕਰਵਾ ਲਿਆ। ਸੱਜਣ ਠੱਗ ਵਰਗਿਆਂ ਤੋਂ, ਭੂਮੀਏ ਚੋਰ ਵਰਗਿਆਂ ਤੋਂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਅੱਜ ਬਖਸ਼ਿਸ਼ ਕਰਦੇ ਹਨ ਕਿ ਜਿਨ੍ਹਾਂ ਨੇ ਸਤਿਗੁਰੂ ਨਾਲ ਮਿਲਣਾ ਕੀਤਾ, ਮਿਲ ਸਤਿਗੁਰ ਸਭ ਦੁੱਖ ਗਿਆ, ਹਰ ਸੁੱਖ ਵਸਿਆ ਮਨ ਆਏ। ਗੁਰੂ ਨਾਲ ਮਿਲ ਕੇ ਸਾਡਾ ਆਤਮਿਕ ਆਨੰਦ ਪ੍ਰਾਪਤ ਹੋਇਆ ਅਤੇ ਜੋ ਹਿਰਦਾ ਸੜਦਾ ਸੀ ਹਾੜ ਦੇ ਮਹੀਨੇ ਦੀ ਤਰ੍ਹਾਂ, ਆਸਾੜ ਤਪੰਦਾ ਤਿਸ ਲੱਗੈ, ਹਰ ਨਾਹੋ ਨ ਜਿਨ੍ਹਾਂ ਪਾਸ। ਜਿਨ੍ਹਾਂ ਦੇ ਕੋਲ ਹਰੀ ਦਾ ਨਾਮ ਨਹੀਂ, ਉਹ ਸੜਦੇ ਹਨ, ਤਪਦੇ ਹਨ ਦਿਨ ਰਾਤ। ਹਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਨਾਮ ਨਿਵਾਸ। ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਦੇ ਨਾਮ ਦਾ ਵਸ ਹੈ, ਉਹਨਾਂ ਨੂੰ ਦੁੱਖ ਵੀ ਦੁੱਖ ਨਹੀਂ ਦੇ ਸਕਦਾ, ਉਹਨਾਂ ਨੂੰ ਅੱਗ ਵੀ ਮਚਾ ਨਹੀਂ ਸਕਦੀ, ਪਾਣੀ ਡੋਬ ਨਹੀਂ ਸਕਦਾ। ਇਸ ਕਰਕੇ ਇਹ ਹਰੀ ਦੇ ਨਾਮ ਦੀ ਮਹਿਮਾ ਅੱਜ ਦੱਸਦੇ ਹਨ, ਗੁਰੂ ਦੇ ਮਿਲਣ ਦੀ ਮਹਿਮਾ, ਗੁਰੂ ਦੇ ਨਾਲ ਜੁੜਨ ਦੀ ਮਹਿਮਾ। ਮਿਲ ਸਤਿਗੁਰ ਸਭ ਦੁੱਖ ਗਿਆ, ਹਰ ਸੁੱਖ ਵਸਿਆ ਮਨ ਆਏ। ਅੰਤਰ ਜੋਤ ਪ੍ਰਗਾਸੀਆ, ਏਕ ਸਿਉ ਲਿਵ ਲਾਏ। ਉਹਨਾਂ ਦੇ ਅੰਦਰ ਗਿਆਨ ਦੀ ਜੋਤ ਪ੍ਰਗਟ ਹੋ ਗਈ, ਉਹ ਇੱਕ ਨਾਲ ਜੁੜ ਗਏ। ਇੱਕ ਦੇ ਨਾਲ ਜੁੜ ਕੇ ਇੱਕ ਪਰਮੇਸ਼ਰ ਦੇ ਨਾਲ ਲਿਵ ਲੱਗੀ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਸਾਰੀ ਬਾਣੀ ਭਾਵੇਂ 36 ਪਰਮੇਸ਼ਰ ਦੇ ਪਿਆਰਿਆਂ ਦੀ ਉਚਾਰਨ ਕੀਤੀ ਹੈ, ਪਰ ਸਾਰੀ ਬਾਣੀ ਦਾ ਮਕਸਦ ਇੱਕੋ ਹੈ। ਸਾਰਿਆਂ ਦਾ ਮਕਸਦ ਇੱਕ ਹੈ ਕਿ ਸੰਸਾਰ ਨੂੰ ਇੱਕ ਪਰਮੇਸ਼ਰ ਨਾਲ ਜੋੜਨਾ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਚਾਹੇ ਉਹ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਹੈ, ਚਾਹੇ ਭੱਟਾਂ ਦੀ ਬਾਣੀ ਹੈ, ਚਾਹੇ ਗੁਰੂਆਂ ਦੀ ਬਾਣੀ ਹੈ, ਚਾਹੇ ਗੁਰਮੁਖਾਂ ਦੀ ਬਾਣੀ ਹੈ, ਸਭ ਦਾ ਇਸ਼ਾਰਾ ਇੱਕ ਪਰਮੇਸ਼ਰ ਵੱਲ ਹੈ। ਜਿਵੇਂ ਕਬੀਰ ਸਾਹਿਬ ਜੀ ਦਾ ਬਚਨ ਹੈ, ਓੰਕਾਰ ਆਦਿ ਮੈਂ ਜਾਨਾ, ਲਿਖਿਅਰ ਮੇਟੈ ਤਾਹੇ ਨਾ ਮਾਨਾ। ਮੈਂ ਉਸ ਪਰਮੇਸ਼ਰ ਨੂੰ ਜਾਣ ਲਿਆ, ਉਸ ਨੂੰ ਜਾਣ ਲਿਆ ਜਿਹੜਾ ਸਦਾ ਰਹਿਣ ਵਾਲਾ ਹੈ। ਓੰਕਾਰ ਜਿਹੜਾ ਸਭ ਤੋਂ ਪਹਿਲਾਂ ਸੀ, ਅਖੀਰ ਤੱਕ ਜੋ ਹਮੇਸ਼ਾ ਰਹਿਣ ਵਾਲਾ ਹੈ, ਜਿਸ ਦਾ ਅੰਤ ਹੈ ਹੀ ਨਹੀਂਗਾ। ਦੁਨੀਆ ਦਾ ਅੰਤ ਹੈ, ਉਸ ਦਾ ਕੋਈ ਅੰਤ ਨਹੀਂ, ਉਹਨੇ ਸਦਾ ਰਹਿਣਾ। ਆ ਜਿਹੜੇ ਬਣਦੇ ਢਹਿੰਦੇ ਐ, ਇਹਨਾਂ ਨੂੰ ਮੈਂ ਨਹੀਂ ਮੰਨਦਾ। ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਮੈਂ ਉਹਨੂੰ ਮੰਨਦਾ ਹਾਂ ਜੋ ਸਦਾ ਰਹਿਣ ਵਾਲਾ ਹੈ, ਉਹ ਮੈਨੂੰ ਮਿਲ ਗਿਆ। ਭਗਤ ਕਬੀਰ ਸਾਹਿਬ ਜੀ ਕਹਿੰਦੇ। ਤੇ ਜਿਨ੍ਹਾਂ ਨੇ ਉਸ ਨੂੰ ਪ੍ਰਾਪਤ ਕਰ ਲਿਆ, ਉਹਨਾਂ ਦੇ ਅੰਦਰ ਗਿਆਨ ਪ੍ਰਗਟ ਹੋ ਗਿਆ। ਅੰਤਰ ਜੋਤ ਪ੍ਰਗਾਸੀ ਆ। ਪਿੱਛੇ ਪੜ੍ਹਿਆ ਸੀ ਬਚਨ ਆਪਾਂ,
जिन को आप दयाल होए तिन उपजै मन ज्ञान। तो इत्थे जोत का मतलब भी ज्ञान है, कोई दीवे की लाट नहीं है। कहो सतनाम श्री। मनुख के अंदर सच का ज्ञान प्रगट हो जाता है जिन्हों ने लिव लाई, क्योंकि लिव लाया ही साडा सुरत इकट्ठी हुंदी है। तो जदों साडी सुरत रोजाना एकत्र हुंदी है, एक नाल जुड़दी है, तो फिर उस एक का जिहड़ा ज्ञान है इहदे विच उतरना शुरू हो जाता है। जदों साडी तार परमेश्वर नाल जुड़न लग जावे तो फिर मनुख के अंदर उस परमेश्वर का ज्ञान आना शुरू हो जाता, कनैक्ट जो हो गया। कोई जन हरस्यों देवै जोर, चरण गहों बाकों शुभ रसना, दीजै प्राण अकोर। मैं उसनूं अपने प्राणा की भेंट दे देवां, मैं उस दे चरनी पैंदा हाँ जिहड़ा मैनूं उस एक नाल जोड़ देवे। पातशाह जी कहंदे जिन्हां ने गुरु नाल मिलना कीता उन्हां दे दुखां दा खात्मा हो गया। बाबा बुढ़ा जी की गल करिए बचपन की, जिस वेले ये बहुत छोटी उम्र कोई 10-12 साल की उम्र दे विच अपनियां मझां गावां नूं खेतां वल चारन वास्ते लैके जांदे आ, ते एक बार इन्हां दा मिलाप धन धन श्री गुरु नानक देव जी नाल हो गया। उन्हां दे इलाके सतगुरु आए हुए न और सत्संग हुंदी है, बहुत सारी संगत उन्हां कोल आके बहिंदी आ। ये 10-12 साल का बच्चा भी आके विच बैठन लग्या। धन गुरु नानक देव जी कई दिन उत्थे रहे तो उन्होंने देखा भी बच्चा बड़े गौर नाल गल्लां सुनदा है, विचारां सुनदा है। इहो जिहे बच्चों का तो खेडण दे विच ख्याल हुंदा है, पर यह तो आके साडे कोल बह जांदा है मझां छड्ड के। ते एक दिन भाई साहब भाई बाला जी नूं कहण लगे भी ए बच्चे नूं अपने कोल बुला के लिआओ समाप्ति तो बाद। पुछया पुत्र जी तो बड़ी छोटी उम्र है, तेरे वर्गे बच्चे तो खेडण च मस्त हुंदे न, तू बड़ा प्यार नाल साडे कोल आके बैठ जाना, की कारण है? तो बाबा बुढ़ा जी कहंदे बापू जी डर बड़ा लगदा। कहंदे डर काहदा? कहंदे मौत दा। है तैनूं बचपन विच मौत दी किवें समझ आ गई बई? कहने बाबा जी एक दिन माता ने कहा भी पुत अग मचा चुल्हे च आपां रोटी पकाईए। तो बाहर मैं अग मचाउण वास्ते चुल्हे कोल गया तो मोटियां मोटियां लकड़ां ला लियां, बड़ियां फूकां मारियां, अग दे विच बड़ा मत्था मारिया पर अग मची ना। थोड़ी देर बाद माँ भी विहली होके काम तो आ गई मेरे कोल और कहंदी पुत की गल अग मची नहीं? मैं क्या माँ मच्छी नहीं। तो चुल्हे वाल देख के माता कहन लगी ऐ थोड़ा मच्छिया करदी है, तू तो मोटियां मोटियां लकड़ां लाई बैठा इहदे विच। पहला इहदे विच बरीक लकड़ां लाई दियां, पहला इहदे विच घाह फूस लाई दा, फिर छटियां लाई दियां, फिर मोटी लकड़ नूं अग लगदी है। और माँ ने सहजी मचा लई। तो मैं हैरान हो गया बई जी अग मोटियां लकड़ां नूं मगरों लगदी है, बरीक नूं पहला लग जाती है, इहदा मतलब मौत भी छोटियां नूं आ सकदी है। तो महाराज मैं तो उधर तो डर रहा भी जे मैं किते मर गया छेती। धन गुरु नानक देव जी पुछ के कहन लगे पुत्र तेरा नाम की है? कहना जी नाम तो मेरा बूढ़ा है, घर दे मैनूं बूढ़ा बूढ़ा कहंदे आ। कहते तू बूढ़ा नहीं तू बुढ़ा है, तू तो बचपन में बुढ़िया वालियां गल्लां करदा। जिवें आपां छोटी उम्र के साहिबजादियां नूं बाबा जी कहने आ, ते बाबा कहण दा मतलब ज्ञान दा हो जाना। कहो सतनाम श्री। तो भाई बूढ़ा जी नूं धन गुरु नानक देव जी कहन लगे तू बूढ़ा नहीं तू बुढ़ा है बुढ़ा। उस दिन तो इन्हां दा नाम बाबा बुढ़ा जी पै गया। कहो सतनाम श्री।
बस फिर की सी बाबा बुढ़ा जी का ऐसा प्यार पिया गुरु नानक दे घर नाल। 12 साल की उम्र च आए सी ते बाकी सारी ही उम्र गुरु के लेखे ला दी। और जिथे आप तर गए उस मौत के दुख तो बच गए, उत्थे होर पता नहीं हज़ारां लोकां नूं गुरु नाल जोड़िया। और पंजवें पातशाह जी ने एक ऐसी रहमत की कि गुरु घर का सब तो महान पदवी वजीर जो राजे दे नाल हुंदा, गुरु नानक दे घर का ये बाबा बुढ़ा पहला वजीर बन गया। को सतनाम श्री। जो गुरु ग्रंथ साहिब जी की रचना हो गई, गुरु ग्रंथ साहिब जी की स्थापना हो गई, बीड़ साहब संपूर्ण हो गए, तो फिर सब तो पहला जो ताबिया च बैठे वो सी साडे महान हैड ग्रंथी बाबा बुढ़ा जी। को सतनाम श्री। ब्रह्म ज्ञानी किन्ने ही तखल्लुस इन्हां नूं दे दईए। मेरे प्रीतम जी बख्शिश करते हैं जिन्हां ने गुरु नाल मिल के जीवन बतीत किया, उन्हां दे दुखां दा नाश हो गया, उन्हां दे हिरदे विच सुखां दा वासा हो गया। अंतरजोत परगासिया, उन्हां अंदर ज्ञान हो गया। भावें कि जोत सारियां विच है, सब में जोत जोत है सोए, तिसदा चानन सब में चानन होए। हुण दीवे पए होण, जे कोई सीख ही ना लावे तो जगणगे किवें? तेल पया होवे, बत्ती पई होवे, दीवा बनिया होवे, पर जे उसनूं कोई सीख लाउण वाला ही ना टकरे तो फिर किवें चलूगा वो? तो गुरु की कहंदा है, जगाउंदा सानूं। जिवें कोई बंदा दीवे नूं जगा दिंदा है, इवें गुरु नानक ने सानूं जगाया सुत्तियां पियां नूं। जिवें ਜਿਹੜੇ ਜਿਹੜੇ ਬੱਚे ਸਕੂਲ ਜਾਂਦੇ ਆ ਉਹਨਾਂ ਵਿੱਚ ਅੱਖਰਾਂ ਦਾ ਗਿਆਨ ਪ੍ਰਗਟ ਹੋ ਜਾਂਦਾ ਹੈ, ਜਿਹੜੇ ਨਹੀਂ ਜਾਂਦੇ ਉਹ ਉਵੇਂ ਹੀ ਰਹਿੰਦੇ ਅਨਪੜ੍ਹ, ਪਰ ਜੋਤ ਪਰਮੇਸ਼ਰ ਤਾਂ ਉਹਨਾਂ ਵਿੱਚ ਵੀ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਜੋਤ ਤਾਂ ਸਾਰਿਆਂ ਵਿੱਚ ਹੈ, ਪਰ ਜਗਦੀ ਉਦੋਂ ਹੈ ਜਦੋਂ ਗੁਰੂ ਦੀ ਸੰਗਤ ਮਿਲਦੀ ਆ। ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਖੈਰ अंतर जोत प्रगासिया, एक स्यों लिव लाए, मिल साधु मुख उजला, पूरब लिखिया पाए। ये भी बड़े भागां दी निशानी है। पूरब कर्म अंकुर जा प्रगटे, भेटिओ पुरख रसक बैरागी। जदों जीव दे को पूरबले चंगे भाग जागदे आ ना, उदों ही रब दे प्यारिआं दी संगत हुंदी आ। को सतनाम श्री। उदों ही सानू परमेश्वर दे प्यारिआं दी संगत मिलदी आ, जदों कोई पूरबले कीते हुए चंगे कर्मां दा फल मिलदा है। ते सब तो चंगे कर्मां दा फल है परमेश्वर दे प्यारिआं दी संगत होनी। पूरब कर्म अंकुर जा प्रगटे, भेटिओ पुरख रसक बैरागी। ते फिर की हुंदा है? ये साडी आत्मा जन्म जन्म की सोई जागी, जन्मां जन्मांतरां तो सुत्ती पई आ रही है। कई जन्म पे कीट पतंगा, कई जन्म गज मीन कुरंगा, कई जन्म पंखी सर्प होयो, कई जन्म हैबर बिरख जोयो, मिल जगदीश मिलन की बरिया, चिरंकाल देह नशरिया। तो इस करके पूर्वले निष्काम करपां दा लिखिया होया लिखत अनुसार फिर सानू रब दे प्यारिਆਂ ਦੇ ਘਰੇ ਜਾਂ ਤਾਂ जन्म मिलता है, ਜਾਂ जन्म किते भी हो जावे, रब दे प्यारे सानू मिल जाते आ। ते रोज़ ये अरदास आपां करदे आ, सही प्यारिਆਂ मेल जिन्हां मिलिया तेरा नाम चिते आवे। सानू उन्हां दा मिलाप बख्शो जिन्हां दे मिलिया सानू परमेश्वर दा नाम याद आवे। जे रोज़ अरदास करांगे तो गुरु कृपा कर देंदे आ, एक दिन उन्हां दा मिलाप हो जाता है जिहड़े सानू उहदे नाल मिला दिंदे आ। को सतनाम मिलिया होयां दा। तो मेरे प्रीतम जी कहंदे, मिल साधु मुख उजला, पूरब लिखिया पाए। ये भी पूरबले भागां दा ही है। दद्दा दोष न देऊ किसै, दोष करमा अपनिया। दुख आया तां किसे नूं दिता होना है, सुख आया तां किसे नूं दिता होना है, क्योंकि
ਦਿੱਤਾ ਲਈਐ ਆਪਣਾ, ਅਨ ਦਿੱਤਾ ਕਿਛ ਹੱਥ ਨ ਆਵੇ। ਕੱਤਕ ਕਰਮ ਕਮਾਵਨੇ ਦੋਸ਼ ਨ ਕਾਹੂ ਜੋਗ। ਕੱਤਕ ਦੇ ਮਹੀਨੇ ਵਿੱਚ ਬਾਬਾ ਜੀ ਕਹਿੰਦੇ ਜਿਹੋ ਜਿਹੇ ਬੰਦਾ ਕਰਮ ਕਰਦਾ ਹੈ ਉਹੋ ਜਿਹੇ ਭੋਗਦਾ ਹੈ। ਇਸ ਕਰਕੇ ਕਿਉਂ ਨਾ ਚੰਗੇ ਕਰੀਏ, ਉਹ ਕਰਮ ਕਰੀਏ ਜਿਹੜਾ ਸਾਨੂੰ ਚੰਗਾ ਲੱਗੇ ਆਪਦੇ ਵਾਸਤੇ, ਦੂਜੇ ਵਾਸਤੇ ਵੀ ਉਹੋ ਜਿਹਾ ਕਰੀਏ। ਜੇ ਦੂਜੇ ਵਾਸਤੇ ਮਾੜਾ ਕਰਾਂਗੇ ਤੇ ਕੱਲ੍ਹ ਨੂੰ ਉਹ ਸਾਡੇ ਨਾਲ ਵੀ ਘਟ ਸਕਦਾ। ਜੋ ਪਾੜੋਸੀ ਕੇ ਹੁਆ ਤੂੰ ਆਪਣੇ ਵੀ ਜਾਣ, ਜਿਹੜਾ ਤੇਰੇ ਗੁਆਂਢੀ ਨਾਲ ਹੋ ਰਿਹਾ ਇੱਕ ਦਿਨ ਤੇਰੇ ਨਾਲ ਵੀ ਹੋ ਸਕਦਾ। ਕੋ ਸਤਨਾਮ ਸ੍ਰੀ। ਇਸ ਕਰਕੇ ਪ੍ਰੀਤਮ ਜੀ ਕਹਿੰਦੇ ਆਓ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰੀਏ। ਮਿਲ ਸਾਧੂ ਮੁਖ ਉਜਲਾ ਪੂਰਬ ਲਿਖਿਆ ਪਾਏ, ਕੀ ਗੁਣ ਗੋਬਿੰਦ ਨਿਤ ਗਾਵਨੇ। ਆ ਪਰਮੇਸ਼ਰ ਦੀ ਸੰਗਤ ਕਰਨੀ ਇਹ ਨਹੀਂ ਮਿਲਦੀ। ਤੁਲਸੀਦਾਸ ਜੀ ਕਹਿੰਦੇ ਤੁਲਸੀ ਸੁਤ ਦਾਰਾ ਧਨ ਲక్ష్ਮੀ ਪਾਪੀ ਕੇ ਵੀ ਹੋਏ। ਪਾਪੀਆਂ ਕੋਲੇ ਮਾਇਆ ਦਾ ਤੋੜਾ ਨਹੀਂ ਹੈ। 2 ਨੰਬਰ ਦਾ ਪੈਸਾ ਮੰਤਰੀਆਂ ਸੰਤਰੀਆਂ ਕੋਲੇ ਕੋਠੇ ਭਰ ਲਏ ਉਹਨਾਂ ਨੇ। ਸੁਤ ਦਾਰਾ ਧਨ ਲక్ష్ਮੀ ਪਾਪੀ ਕੇ ਵੀ ਹੋਏ। ਹਰ ਜਸ ਕਥਾ ਸਾਧ ਸੰਗ ਵਿਰਲਾ ਪਾਵੈ ਕੋਏ। ਬੜ ਭਾਗ ਪ੍ਰਾਪਤ ਹੋਏ, ਵੱਡੇ ਭਾਗਾਂ ਨਾਲ ਮਿਲਦੀ ਹੈ, ਵਿਰਲਿਆਂ ਨੂੰ ਮਿਲਦੀ ਹੈ। ਪਰ ਗੁਰੂ ਕਿਰਪਾ ਕਰਨ ਕਹਿੰਦੇ ਜਦੋਂ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਹੋਈ ਤੇ ਉਹਨਾਂ ਨੂੰ ਸਾਨੂੰ ਪਰਮੇਸ਼ਰ ਦੇ ਗੁਣ ਗਾਉਣ ਦਾ ਮਾਰਗ ਦੱਸਿਆ। ਗੁਣ ਗੋਬਿੰਦ ਨਿਤ ਗਾਵਨੇ ਨਿਰਮਲ ਸਾਚੈ ਨਾਏ। ਗੋਬਿੰਦ ਦੇ ਗੁਣ ਗਾਉਣੇ, ਨਾਮ ਜਪਣਾ, ਇਹਦੇ ਨਾਲ ਆਪਣੇ ਆਪ ਨੂੰ ਪਵਿੱਤਰ ਕਰਨਾ। ਕਾਹਦੇ ਵਾਸਤੇ? ਪਰਮੇਸ਼ਰ ਨਾਲ ਮਿਲਣਾ। ਹੁਣ ਜੇ ਕੋਈ ਗੰਦਾ ਹੋਵੇ ਤਾਂ ਉਹਦੇ ਕੋਲ ਤਾਂ ਕੋਈ ਨਹੀਂ ਬਹਿੰਦਾ। ਇੱਕ ਲੜਕੀ ਦੀ ਵੀ ਜਦ ਸ਼ਾਦੀ ਹੁੰਦੀ ਹੈ ਚੰਗੀ ਤਰ੍ਹਾਂ ਉਸ ਨੂੰ ਸੁੰਦਰ ਕੱਪੜੇ ਪਹਿਨਾਏ ਜਾਂਦੇ ਆ, ਸ਼ਿੰਗਾਰ ਕੀਤਾ ਜਾਂਦਾ ਹੈ, ਨਹਾਈ ਧੋਈ ਹੁੰਦੀ ਹੈ ਬੱਚਿਆਂ ਦੀ। ਮਕਸਦ ਹੈ ਕਿ ਇਹ ਜੀਵ ਆਤਮਾ ਵੀ ਸਾਫ਼ ਹੋ ਕੇ ਮਾਲਕ ਦੇ ਨਾਲ ਮਿਲ ਸਕਦੀ ਹੈ। ਜੇ ਗੰਦੀ ਹੈ ਤੇ ਬਾਬਾ ਜੀ ਕਹਿੰਦੇ ਇਹ ਤਨ ਮਾਇਆ ਪਾਹਿਆ ਪਿਆਰੇ ਲੀਤਲਾ ਲੱਭ ਰੰਗਾਏ। ਗੰਦੀ ਉਸ ਤਰ੍ਹਾਂ ਨਹੀਂ ਕਿ ਮੈਲੇ ਗੰਦੇ ਕੱਪੜੇ ਹੋਣ, ਅੰਦਰੋਂ ਸੋਚ ਕਰਕੇ ਗੰਦੀ। ਕਿਸੇ ਮਾੜੇ ਮਾੜਾ ਸੋਚਣਾ, ਕਿਸੇ ਨੂੰ ਮਾੜਾ ਕਹਿਣਾ, ਈਰਖਾ ਦੂਈ ਦਵੈਤ ਨਿੰਦਿਆ ਚੁਗਲੀ ਸਾੜਾ ਕਰਨਾ, ਇਹ ਚੀਜ਼ਾਂ ਸਾਡੀ ਆਤਮਾ ਨੂੰ ਗੰਦੀ ਕਰਦੀਆਂ। ਤੇ ਗੰਦੀ ਹੋਈ ਆਤਮਾ ਮਾਲਕ ਨੂੰ ਕਿਵੇਂ ਮਿਲ ਸਕਦੀ ਆ? ਪ੍ਰੀਤਮ ਜੀ ਕਹਿੰਦੇ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ। ਮੇਰਾ ਕੰਤ ਨ ਭਾਵੈ ਚੋਲੜਾ ਪਿਆਰੇ। ਕਿਉਂ ਧਨ ਸੇਜੈ ਜਾਏ ਹਉ ਕੁਰਬਾਨੈ ਜਾਉ ਮਿਹਰਬਾਨਾ। ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ ਤਿੰਨਾ ਕਹਿ ਲੈਣ ਜੋ ਤੇਰਾ ਨਾਮ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਹੁਣ ਕੀ ਹੋਇਆ? ਪਰਮੇਸ਼ਰ ਦੇ ਪਿਆਰਿਆਂ ਨੇ ਗੁਣ ਗਾਉਣ ਦਾ ਚੱਜ ਦੱਸਿਆ, ਜਾਚ ਦੱਸੀ, ਗਾਈਡੈਂਸ ਦਿੱਤੀ। ਗੁਣ ਗੋਬਿੰਦ ਨਿਤ ਗਾਵਨੇ ਨਿਰਮਲ ਸਾਚੈ ਨਾਏ। ਮੇਰੇ ਮਨ ਗੁਰ ਸ਼ਬਦੀ ਸੁਖ ਹੋਏ। ਤਾਂ ਤੇ ਆਓ ਮਨ ਗੁਰੂ ਦੇ ਚਰਨੀ ਲੱਗੀਏ, ਗੁਰੂ ਦੇ ਸ਼ਬਦ ਨਾਲ ਜੁੜੀਏ, ਗੁਰੂ ਦੇ ਸ਼ਬਦ ਨੂੰ ਗਾਉਣਾ ਕਰੀਏ। ਗੁਰੂ ਦਾ ਸ਼ਬਦ ਹੀ ਸੁਖ ਦੇਣ ਵਾਲਾ ਹੈ। ਪ੍ਰੀਤਮ ਦਾ ਬਚਨ ਇੱਕ ਪੜ੍ਹਿਆ ਕਰਦੇ ਹਾਂ। ਜੇ ਲੋੜੈ ਵਰ ਬਾਲੜੀਏ ਤਾਂ ਗੁਰ ਚਰਨੀ ਚਿਤ ਲਾਏ। ਰਾਮ ਹੈ ਬੱਚੀ, ਜੇ ਤੂੰ ਚਾਹੁੰਦੀ ਹੈ ਕਿ ਮੈਨੂੰ ਵਰ ਪਤੀ ਮਿਲ ਜਾਵੇ, ਮਾਲਕ ਮਿਲ ਜਾਵੇ, ਡਬਲ ਅਰਥ ਹੈ ਬਾਣੀ ਦਾ। ਸੰਸਾਰੀ ਤੌਰ 'ਤੇ ਵੀ ਕਈ ਵਾਰੀ ਬੱਚੀ ਦਾ ਸੰਯੋਗ ਨਹੀਂ ਜਲਦੀ ਬਣਦਾ, ਵਿਆਹ ਨਹੀਂ ਹੁੰਦਾ, ਭਾਨੀਆਂ ਵੱਜਦੀਆਂ, ਤਾਂ ਅਸੀਂ ਗੁਰੂ ਕੋਲ ਆ ਕੇ ਬੇਨਤੀ ਕਰਦੇ ਹਾਂ, ਮਹਾਰਾਜ ਬੱਚੀ ਵਿਆਹੁਣ ਯੋਗ ਹੋ ਗਈ ਹੈ, ਕੋਈ ਚੰਗਾ ਘਰ ਟਕਰਾ ਦਿਓ, ਕਿਰਪਾ ਕਰ ਦਿਓ, ਸੰਯੋਗ ਬਣਾ ਦਿਓ। ਦੂਜਾ ਅਰਥ ਹੈ ਜੀਵ ਆਤਮਾ ਬੱਚੀ ਹੈ, ਇਹਨੂੰ ਪਰਮਾਤਮਾ ਨਾਲ ਮਿਲਾਉਣਾ ਹੈ। ਇਹਨੂੰ ਮਿਲਾਉਣ ਵਾਲਾ ਵਿਚੋਲਾ ਗੁਰੂ ਹੈ, ਉਹਨੂੰ ਮਿਲਾਉਣ ਵਾਲਾ ਕੋਈ ਵਿਚੋਲਾ ਬਣ ਜਾਂਦਾ। ਕੋ ਸਤਨਾਮ ਸ੍ਰੀ। ਇਸ ਕਰਕੇ ਜੇ ਲੋੜੇ ਵਰ ਬਾਲੜੀਏ ਤਾਂ ਗੁਰ ਚਰਨੀ ਚਿਤ ਲਾਏ। ਰਾਮ ਹੈ ਬੱਚੀ, ਤੂੰ ਜੇ ਤੂੰ ਚਾਹੁੰਦੀ ਹੈ ਕਿ ਮੈਨੂੰ ਮਾਲਕ ਮਿਲ ਜਾਵੇ ਤੇ ਗੁਰੂ ਕੋਲੇ ਆ। ਤੇ ਦੋਨੇ ਕਾਰਜ ਹੀ ਗੁਰੂ ਕਰਦਾ ਹੈ।
ਚੰਗਾ ਘਰ ਵੀ ਗੁਰੂ ਟਕਰਾਉਂਦਾ ਹੈ ਤੇ ਪਰਮੇਸ਼ਰ ਨਾਲ ਵੀ ਗੁਰੂ ਮਿਲਾਉਂਦਾ ਹੈ। ਕਹੋ ਸਤਨਾਮ ਸ੍ਰੀ। ਲੋਕ ਤੇ ਪਰਲੋਕ ਦੋਹਾਂ ਦੇਸ਼ਾਂ ਦੇ ਕਾਰਜ ਗੁਰੂ ਰਾਸ ਕਰਦਾ ਹੈ। ਇਸ ਕਰਕੇ ਹੁਣ ਕੀ ਹੋਇਆ, ਮੈਨੂੰ ਕੋਈ ਪਰਮੇਸ਼ਰ ਦਾ ਪਿਆਰਾ ਸਾਧੂ ਮਿਲਿਆ। ਅਸੁਨ ਪ੍ਰੇਮੀ ਉਮਾਹੜਾ ਕਿਉਂ ਮਿਲਿਆ ਹਰ ਜਾਏ। ਤੇਰੀ ਅੰਦਰ ਪਰਮੇਸ਼ਰ ਨੂੰ ਮਿਲਣ ਦੀ ਇੱਛਾ ਪੈਦਾ ਹੁੰਦੀ ਆ, ਮੈਂ ਕਿਵੇਂ ਪਰਮੇਸ਼ਰ ਨੂੰ ਮਿਲਾਂ, ਤਾਂ ਆ ਸੁਣ, ਮੈਂ ਤੈਨੂੰ ਦੱਸਾਂ ਕਿਵੇਂ ਮਿਲਿਆ ਜਾਊਗਾ। ਅਸੁਣ ਦਾ ਮਤਲਬ ਅਸੂ ਮਹੀਨਾ ਵੀ ਹੈ, ਤੇ ਅਸਨ ਦਾ ਮਤਲਬ ਇਹ ਪ੍ਰਸ਼ਨਵਾਚਕ ਸ਼ਬਦ ਹੈ। ਆ ਸੁਣ ਤੈਨੂੰ ਦੱਸਾਂ ਕਿ ਕਿਉਂ ਮਿਲੀ ਹੈ ਹਰ ਜਾਏ, ਤੂੰ ਮਾਲਕ ਨੂੰ ਕਿਵੇਂ ਮਿਲ ਸਕਦੀ ਆ। ਦੱਸੋ ਮਹਾਰਾਜ। ਸੰਤ ਸਹਾਈ ਪ੍ਰੇਮ ਕੇ ਕਰ ਕਿਰਪਾ ਦੀਆ ਮਿਲਾਏ, ਉਹਦੇ ਪਿਆਰਿਆਂ ਦੀ ਸੰਗਤ ਕਰਿਆ ਕਰ। ਮਿਲ ਸਾਧੂ ਸੁਖ ਉਪਜੈ, ਜੇ ਮਾਲਕ ਦੇ ਪਿਆਰਿਆਂ ਨੂੰ ਮਿਲ ਪਵੇਂ ਤੇ ਉਹ ਵਿਚੋਲੇ ਬਣ ਕੇ ਤੈਨੂੰ ਉਹਦੇ ਨਾਲ ਮਿਲਾ ਦੇਣਗੇ। ਇਸ ਕਰਕੇ ਮੇਰੇ ਮਨ ਗੁਰ ਸ਼ਬਦੀ ਸੁਖ ਹੋਏ, ਆ ਮਨਾ ਗੁਰੂ ਦੇ ਸ਼ਬਦ ਨੂੰ ਸੁਣਨਾ ਕਰ, ਇਹ ਤੈਨੂੰ ਆਤਮਿਕ ਸੁਖ ਦੇਣ ਵਾਲਾ ਹੈ। ਗੁਰ ਪੂਰੇ ਕੀ ਚਾਕਰੀ ਬਿਰਥਾ ਜਾਏ ਨਾ ਕੋਏ। ਫਿਰ ਤੂੰ ਕੀ ਕਰਨਾ ਹੈ, ਗੁਰੂ ਦੇ ਚਰਨਾਂ 'ਚ ਆ ਕੇ ਚਾਕਰੀ, ਸੇਵਾ, ਨੌਕਰੀ ਨਹੀਂ, ਚਾਕਰੀ। ਚਾਕਰੀ ਹੁੰਦੀ ਹੈ ਚਾਅ ਨਾਲ ਕਰਨ ਵਾਲੀ ਗੱਲ, ਨੌਕਰੀ ਹੁੰਦੀ ਹੈ ਇਹਨਾਂ ਨੌਂ ਦੁਆਰਿਆਂ ਨੂੰ ਪਾਲਣ ਪੋਸ਼ਣ ਵਾਸਤੇ ਤਨਖਾਹ ਲੈ ਕੇ ਕੁਛ ਕਰਨਾ। ਜਿਹੜੀ ਚਾਕਰੀ ਹੈ ਇਹ ਨਿਸ਼ਕਾਮ ਭਾਵਨਾ ਨਾਲ ਹੁੰਦੀ ਆ। ਕਹਿੰਦੇ ਆ ਪੂਰੇ ਗੁਰੂ ਦੀ ਚਾਕਰੀ ਕਰੀਏ, ਤੇ ਗੁਰੂ ਦੇ ਚਰਨਾਂ ਵਿੱਚ ਕੀਤੀ ਹੋਈ ਸੇਵਾ ਜਿਹੜੀ ਹੈ ਤੇਰੀ ਨਿਫਲ ਨਹੀਂ ਜਾਏਗੀ। ਇੱਕ ਤਿਲ ਨਹੀਂ ਭੰਨੈ ਘਾਲੈ, ਜੇ ਤੂੰ ਭਾਵਨਾ ਨਾਲ ਸੇਵਾ ਚਾਕਰੀ ਕਰੇ ਤਾਂ ਤੇਰੀ ਇਸ ਦਾ ਫਲ ਜ਼ਰੂਰ ਤੈਨੂੰ ਮਿਲੇਗਾ, ਖਾਲੀ ਨਹੀਂ ਜਾਵੇਗਾ। ਤਿਲ ਜਿੰਨੀ ਕੀਤੀ ਸੇਵਾ ਵੀ ਇੱਕ ਮਾਰਿਆ ਝਾੜੂ ਵੀ ਤੈਨੂੰ ਉਹਦਾ ਫਲ ਦੇਵੇਗਾ। ਸਤਿਗੁਰੂ ਕੋ ਸਤਨਾਮ ਸ੍ਰੀ। ਗੁਰੂ ਦੀਆਂ ਦਰੀਆਂ ਝਾੜ ਕੇ ਵਿਛਾਈਆਂ ਵੀ ਤੈਨੂੰ ਕੁਛ ਦੇਣਗੀਆਂ। ਇਸ ਕਰਕੇ ਇੱਕ ਤਿਲ ਨਹੀਂ ਭੰਨੈ ਘਾਲੈ। ਪਰਮੇਸ਼ਰ ਕਿਸੇ ਦੀ ਤਿਲ ਜਿੰਨਾ ਵੀ ਹਿਸਾਬ ਕਿਤਾਬ ਨਹੀਂ ਰੱਖਦਾ ਗਾ। ਇਸ ਕਰਕੇ ਆਓ ਗੁਰੂ ਦੇ ਚਰਨਾਂ ਵਿੱਚ ਚਾਕਰੀ ਕਰੀਏ, ਬਿਰਥਾ ਕੋਈ ਨਾ ਜਾਏ, ਤੇ ਜਿਨ੍ਹਾਂ ਨੇ ਕੀਤੀ ਹੈ ਉਹ ਖਾਲੀ ਨਹੀਂ ਗਏ। ਕਮਾਲ ਦੀ ਗੱਲ ਹੈ, ਗੁਰੂ 'ਚ ਕਿੰਨੀ ਪਾਵਰ ਹੈ। ਬਾਬਾ ਆਦਮ ਭਾਈ ਭਗਤੂ ਦਾ ਪਿਤਾ, ਇਹਨਾਂ ਦੇ ਘਰੇ ਬੱਚਾ ਨਹੀਂ ਹੋਇਆ 60-70 ਸਾਲ ਦੀ ਉਮਰ ਤੱਕ। ਬਹੁਤ ਦਵਾਈਆਂ ਵੀ ਲਈਆਂ ਹੋਣਗੀਆਂ, ਬੜੇ ਇੰਤਜ਼ਾਮ ਵੀ ਕੀਤੇ ਹੋਣਗੇ, ਵੈਦਾਂ ਡਾਕਟਰਾਂ ਕੋਲ ਵੀ ਗਏ ਹੋਣਗੇ, ਹੋਰ ਲੋਕਾਂ ਕੋਲ ਵੀ ਗਏ ਹੋਣਗੇ, ਪਰ ਬੱਚਾ ਨਹੀਂ ਹੋਇਆ। 60-65 ਸਾਲ ਦੀ ਉਮਰ ਹੋ ਗਈ ਦੋਨਾਂ ਦੀ। ਫਿਰ ਕੀ ਹੋਇਆ, ਅਖੀਰ ਇਹਨਾਂ ਨੂੰ ਦੱਸ ਪਈ ਤੇ ਸਤਿਗੁਰੂ ਰਾਮਦਾਸ ਜੀ ਦੀ ਹਜ਼ੂਰੀ ਵਿੱਚ ਪਹੁੰਚ ਗਏ। ਕਹੋ ਸਤਨਾਮ ਸ੍ਰੀ। ਔਰ ਉੱਥੇ ਜਾ ਕੇ ਇਹਨਾਂ ਨੇ ਚਾਕਰੀ ਸ਼ੁਰੂ ਕਰਤੀ। ਸਿੱਧਾ ਜਾ ਕੇ ਮੰਗਿਆ ਨਹੀਂ ਕੁਛ ਵੀ, ਜਾ ਕੇ ਚਾਕਰੀ ਸ਼ੁਰੂ ਕਰਤੀ। ਚਾਕਰੀ ਸੇਵਾ ਮਤਲਬ ਕੀ ਕਰਦੇ ਆ, ਬੇਬੇ ਲੰਗਰ 'ਚ ਪ੍ਰਸ਼ਾਦੇ ਪਕਾਉਂਦੀ ਆ, ਤੇ ਬਜ਼ੁਰਗ ਜਿਹੜਾ ਜੰਗਲਾਂ 'ਚੋਂ ਲੱਕੜਾਂ ਇਕੱਠੀਆਂ ਕਰਕੇ ਲਿਆਉਂਦਾ। ਕਾਫੀ ਸਮਾਂ ਲੰਘ ਗਿਆ। ਬਾਬਾ ਆਦਮ 2 ਗੇੜੇ ਲਾਉਂਦਾ ਲੱਕੜਾਂ ਦੇ, ਇੱਕ ਗੇੜਾ ਸਟੋਰ ਕਰ ਦਿੰਦਾ ਤੇ ਇੱਕ ਗੇੜਾ ਲੰਗਰ 'ਚ ਪਾ ਦਿੰਦਾ। ਸਟੋਰ ਕਰਦਿਆਂ ਕਰਦਿਆਂ ਕਾਫੀ ਲੱਕੜ ਘਰੇ ਇਕੱਠੀ ਕਰ ਦਿੱਤੀ ਇਹਨਾਂ ਨੇ, ਕਾਫੀ ਲੱਕੜ ਲੰਗਰ ਦੇ ਵਿੱਚ ਵਰਤ ਗਈ। ਇੱਕ ਦਿਨ ਪੋਹ ਮਾਘ ਦਾ ਮਹੀਨਾ, ਬੜੀ ਠੰਡ, ਸਿਆਲ ਦਾ ਮੌਸਮ, ਔਰ ਸੰਗਤ ਠੋਠਰ ਕਰੇ, ਠੰਡ ਲੱਗੇ ਸੰਗਤ ਨੂੰ, ਤੇ ਭਾਈ ਭਗਤੂ ਨੇ ਬਾਬੇ ਆਦਮ ਨੇ ਉਹ ਜਿਹੜੀਆਂ ਇਕੱਠੀਆਂ ਕੀਤੀਆਂ ਲੱਕੜਾਂ ਸੀ ਸੰਗਤਾਂ ਨੂੰ ਵੰਡਤੀਆਂ। ਲੋਕ ਵੀ ਕਹਿੰਦੇ ਸੇਕ ਲਓ, ਧੂਣੀਆਂ ਪਾ ਲਓ, ਠੰਡ ਬਹੁਤ ਆ। ਜਦ ਧੂਣੀਆਂ ਪਾਈਆਂ ਤੇ ਸਤਿਗੁਰੂ ਰਾਮਦਾਸ ਜੀ ਨੇ ਆਕਾਸ਼ ਵਿੱਚ ਬੜਾ ਚਾਨਣ ਦੇਖਿਆ ਵੀ ਯਾਰ ਇੰਨਾ ਚਾਨਣ ਕਾਹਦਾ। ਕੋਠੇ ਤੇ ਚੜ੍ਹ ਕੇ ਨਿਗਾਹ ਮਾਰੀ ਤਾਂ ਕੀ ਵੇਖਦੇ ਆ ਕਿ ਸੰਗਤਾਂ ਨੇ ਬੜੀਆਂ ਧੂਣੀਆਂ ਪਾਈਆਂ ਹੋਈਆਂ। ਤੜਕੇ ਜਦ ਦੀਵਾਨ ਸਜਿਆ ਤੇ ਪਾਤਸ਼ਾਹ ਦੀਵਾਨ ਵਿੱਚ ਆ ਕੇ ਫਿਰ ਸੰਗਤਾਂ ਨੂੰ ਪੁੱਛਦੀ ਆ, ਐਂ ਦੱਸੋ ਵੀ ਰਾਤ ਇੰਨੀ ਲੱਕੜ ਕਿੱਥੋਂ ਲਈ ਤੁਸੀਂ ਧੂਣੀਆਂ ਪਾਉਣ ਵਾਸਤੇ ਬਈ।
संगत कहती जी एक इत्थे बजुर्ग है, उन्हें लकड़ इकट्ठी की सी ते उसने रात संगतां नूं वंड दित्ती सेकण वास्ते। कहंदे लियाओ सदके उहनूं। संगतां ने बाबे आदम नूं सद लिआंदा ते बाबा आदम सामने आ गया हथ बन के। पातशाह कहने बाबा जी रात मेरी बड़ी सेवा की तुसी, मेरी संगत नूं जो अपना अग दित्ती सेकण वास्ते, लकड़ां दित्तियां, मैं बहुत खुश हाँ तेरे ते। बोल तू की मंगदा है? कहो सतनाम तैनू की चाहिदा है? ये सेवा का फल तैनू देना चाहना। बाबा आदम आया तो पुत्र की दात लैन सी, पर अपनी उम्र वाल देख के शर्मा गया भी यार लोग की कहणगे, 65-70 साल का बुढ़ा हुण पुत मंगदा। कहता नहीं महाराज कुछ नहीं चाहिदा, बस जिंदगी तुहाडे चरनां नाल जुड़ के बतीत हो जाए। गुरु रामदास पातशाह कहते नहीं बाबा जिहड़ी भावना लैके आया वो दस। कहता नहीं महाराज हुण कोई भावना नहीं हैगी, बहुती टप गई, थोड़ी रह गई है, बस तुहाडे नाल जुड़ के टप जावे। कहने तैनू मैं कुछ देना चाहना, तेरी सेवा का फल मैं रखना नहीं चाहता। तीजा बचन कल नूं करांगे, आपदी घर वाली लैके आई नाल। कहो सतनाम। बीबियां नूं फिर भुख हुंदी आ, मंग लैंदियां भाई। ये बापू ने घरे जाके जिथे भी किते रिहाइश दित्ती सी, इस नूं जाके कहना अज गुरु रामदास बड़े खुश होए ते ओह इदां कहंदे सी मैनू। वो कहती भलिया मानसा फिर कहना सीगा कि साडी जायदाद जांदी है एवें ही, साडे घरे पुत्तर नहीं होया, पुत्तर दिओ। वो कहना मैथों नहीं मंगिया गया, तू मंग ली कल नूं जाके, तैनूं सद्दिआ। दूजे दिन दोने आ गए, हथ बन के खड़ गए। गुरु रामदास पातशाह कहने हाँ भाई की चाहिदा तुहानूं? एक वचन होर रह गया, 2 वचन कल कीते, तीजा हुण वचन करदा तुहाडे नाल, जो मंगना मंग लो, हुण जो मंगोगे वो ही मिलूगा। तुहाडी सेवा ते मैं बड़ा खुश हाँ। गुर पूरे की चाकरी बिरथा जाए ना कोई रहाओ। तो माता कहन लगी पातशाह जमीन जायदाद बहुत है, किसी चीज़ की घाट नहीं किसी पक्षों भी, बस इको घाट है कि समान का मालक कोई नहीं हैगा। असी तो कल नूं मर जाना ते साडे घरे बच्चा नहीं होया। महाराज किरपा करो जे त्रुठे हो तो पुत्र की दात बख्श दिओ, एक तुहाडे दर तो मिल जावे। सारे दरां ते जाके आ गए कि तो नहीं मिलिया। गुरु रामदास पातशाह ने 2 मिनट नेत्र बंद किए और ध्यान जोड़ के देखिया, नेत्र खोल के कहने माता तुहाडे भागां च पुत्र तो है ही नहीं गा। कहंदे ये तो सानू पता है मारे हुंदा ते हो जांदा, ये तो हुण सोनू किरपा करनी पैनी है। कहो सतनाम श्री। कहने पर मैं तुहाडी सेवा का फल रखना नहीं चाहता, ते मंगिया तुसी पुत्र है, ते पुत्र तुहाडे भागां च है नहीं गा। कहंदे साडे 4 पुत्र होने हैं, 3 पुत्र साडे हो गए, अर्जन देव, पिरथी चंद ते महादेव। साडे 3 बच्चे हो गए, चौथा बच्चा जिहड़ा वो तुहाडे घरे पैदा होऊगा। हुण कहो सतनाम। असी अपनी कमाई चों दिन्ने आ, तुहाडे भागां च तां लिखिआ नहीं हैगा। पर साडे जिहड़ा चौथा पुत्र पैदा होना है वो हुण तुहाडे घरे भेजदे आ। रब दा भगत है, ओहदा नाम भगतू रखिओ। फिर भाई भगतू बाबे आदम दे घरे 70 साल की उम्र च होया सीगा। गुरपूरे की चाकरी बिरथा जाए ना कोई। जिहड़ा चाह दे नाल सेवा करदा है उसदा कारज गुरु रास करदा है। कहो सतनाम सी, जरूर करदा है। रहाओ मन किया इच्छा पूरियां पाया नाम निदान। आ तां छोटियां छोटियां वस्तुएं हैं। गुरु खुशी दे घर आ जे ते नाम दा खजाना भी दे दिंदा, जिहदे विचों सारा कुछ निकलदा। चाबियां ही फड़ा दिंदा खजाने दियां। मन किया इच्छा पूरियां पाया नाम निधान। नाम दा खजाना भी गुरु दे दिंदा है। पर जे गुरपूरे की चाकरी चाह नाल सेवा करिए। कहो सतनाम श्री। चाह नाल
मन किया इच्छा पूरियां पाया नाम निदान अंतर जामी सदा संग करना हार पछाण। वो तो इन्ना भी ज्ञान करा दिंदा है कि मैं हमेशा तेरे नाल हाँ। जिस तरह गया दे एक गुरु नानक दे घर दे सिख हन, गया इलाका है, गया जी कहते हैं हरिद्वार वाल किते, उथों दे एक बाणिया परिवार हिंदू परिवार गुरु घर का सिख है और पिता पिछले कई गुरुआं तो सिख है तो उहदे घर पुत्र होया ते पिता ने पुत्र नूं कहता भी पुत जा तू हुण इस वेले गुरु गोबिंद सिंह जी बाबे नानक की गद्दी दे मालक आ, उन्हां कोलों दीक्षा लैके आ, नाम लैके आ, को सतनाम श्री ते ए जा मेरे वालों आ 500 रुपया मत्था टेकदी, तू भी 100 रुपया मत्था टेकी, एक राशन की बोरी ले जा। उन्हें हिंदू माइंड के बच्चे बहुत समय पहला गुरु नानक के घर तो सिख बनते आ रहे हैं और वो बच्चा आया जदों उसने आनंदपुर साहब एंट्री की तो इन्हें की देखा कि गुरु गोबिंद सिंह जी सिंघा समेत शिकार खेड के आए हैं तो कुछ मरे हुए पशु घोड़े ते लदे हुए आ, कोई सतनाम सिंघा ने। ये मन में उतों शंका पै गई भी यार मैं तो वैष्णु गुरु धारण करना सी, ये तो जीव हत्या करते आ, ये तो शिकार खेडते आ। ये शंका मन में बड़ी बैठी, निकले ना हुण दिमाग चों। उस शंका के दौरान ही इसने लिया के 600 रुपया मत्था टेकता, 500 दे बापू ने फड़ाया सी ते 100 रुपया उन्हें आपदे कोलों, एक राशन का गट्टा बोरी कणक आटा लिया सी, लंगर च पाता। कई दिन उत्थे रहा, वातावरण देखिया, सतसंगत की, पर जिहड़ा मन च शंका पै गया सी ना, वो मन नूं गुरु दे नाल जुड़न ना देवे। अखीर कुछ दिनों बाद इन्हें वापसी की सलाह बनाई तो आके आग्या मंगी, महाराज आग्या बख्शो नाले कृपा करो। पातशाह कहते कृपा ही आ सिखा, कृपा ही आ, ऐ कर आ फड़ कड़ा। पातशाह ने कड़ा दिता क्योंकि हिंदू सीगा, ये अमृत छक नहीं सकता। पातशाह ने कड़ा दिता एक और नाल कड़ा प्रसाद की देग दिती ते एक बचन किया कि निहाल 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 सिखा, जदों याद करेगा उदों ही आवांगे असीं तेरे नाल आ, को सतनाम श्री। मैनू अपने नाल ही समझी। अंतरजामी सदा संग करने हार पछाण। सिख फिर सिख नूं गुरु ये तजर्बा करांदा कि मैं तेरे हर काम च तेरे नाल आ, फिक्र ना करी। ये बचन दे के उस सिख नूं तोड़ता, ढिला जा मूँह लैके तुरिया जांदा क्योंकि गुरु की पावर का नहीं पता, इसनूं ज्ञान नहीं हैगा। शंका जो मन विच आ गया ना, उस शंके ने ही सारा काम खराब कर दिता है। अगों एक सिख टक्कर गया धर्मचंद नाम का, और धर्मचंद ने पूछया बई कित्थों आया? कहना जी आनंदपुर साहब तो। कहते यार खुश खुश आई ना, तू ढिला जा मूँह लई आउणा। कहना बस जी पुछो ही ना। क्यों? वो गुरु साहब कोले गया सीगा, फिर 600 मत्था भी टेकिया। मैं गुरु धारण करन आया सीगा, 600 मत्था टेकिया, राशन की बोरी भी लंगर च पाई, पर ये तो शिकार खेडते है, मांस खांदे होणगे। मैं तो वैष्णु गुरु धारण करना सी। वो सिख ने वेख्या भी इनू शरधा नहीं बनी गुरु ते, कहने फिर गुरु ने तेन कुछ दिता होगा। और देना की है? एक तो लोहे का कड़ा है, एक प्रसाद है, पता नहीं मासलाई ना होवे, को सतनाम सी। कहने होर की कहा? कहना की सी? कहते निहाल 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 सिखा, जदों याद करेगा उदों ही आवांगे। धर्म सिंह ने सोचिया बई एडा वड्डा वचन गुरु साहब ने देता ते इनू उसकी पछाण नहीं हैगी। ते धर्मचंद कहन लग्या जे तैनू मैं 605 रुपये दे दियां, ये समान मैनू दे दे। कहंदा ठीक आ। वो घरे गया,
ਉਹਨੇ ਕਿਸੇ ਤਰ੍ਹਾਂ ਘਰਵਾਲੀ ਦੇ ਗਹਿਣੇ ਰੱਖ ਕੇ 605 ਰੁਪਈਏ ਤਿਆਰ ਕਰ ਲਏ। 5 ਰੁਪਈਏ ਵੱਧ ਦੇ ਕੇ 605 ਰੁਪਈਏ ਦੇ ਕੇ ਉਹਨੂੰ ਕਹਿੰਦਾ ਲਿਆ ਦੇ। ਉਹ ਕੜਾ ਲਾ ਕੇ ਦੇਣ ਲੱਗਿਆ। ਕਹਿੰਦੇ ਕੜਾ ਤਾਂ ਪਾਈ ਰੱਖ। ਕਹਿੰਦੇ ਫਿਰ ਆ ਪ੍ਰਸ਼ਾਦ ਲੈਣਾ? ਕਹਿੰਦੇ ਨਹੀਂ, ਇਹ ਵੀ ਰੱਖ ਲਾ ਤੂੰ। ਮੈਨੂੰ ਤਾਂ ਸਿਰਫ ਉਹ ਬਚਨ ਦੇ ਦੇ ਜਿਹੜਾ ਉਹਨਾਂ ਨੇ ਬੋਲਿਆ ਸੀ। ਉਹ ਕਹਿੰਦਾ ਵੀ ਉਹ ਕਿਵੇਂ ਦੇਵਾਂ? ਕਹਿੰਦੇ ਜਿਵੇਂ ਤੈਨੂੰ ਗੁਰੂ ਸਾਹਿਬ ਨੇ ਕਿਹਾ ਉਵੇਂ ਮੈਨੂੰ ਕਹਿ ਦੇ, ਕਿਉਂਕਿ ਗੁਰੂ ਦੇ ਬਚਨ ਆਲੇ ਨਹੀਂ ਜਾਇਆ ਕਰਦੇ। ਕੰਨ ਰਾਹੀਂ ਪ੍ਰਵੇਸ਼ ਕਰਦੇ ਆ, ਮੂੰਹ ਰਾਹੀਂ ਨਿਕਲ ਜਾਂਦੇ ਆ ਕਈ ਵਾਰੀ। ਕਹੋ ਸਤਿਨਾਮ ਸ੍ਰੀ। ਉਹ ਬੱਚਾ ਕਹਿਣ ਲੱਗਿਆ ਗੁਰੂ ਸਾਹਿਬ ਨੇ ਤਾਂ ਕਿਹਾ ਸੀਗਾ ਨਿਹਾਲ 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 ਸਿੱਖਾ, ਜਦੋਂ ਯਾਦ ਕਰੇਗਾ ਉਦੋਂ ਹੀ ਆਵਾਂਗੇ। ਕਹਿਣ ਲੱਗਿਆ ਠੀਕ ਹੈ ਜਾ। ਉਹ ਬਾਣੀਆ ਪੁੱਤ ਸੀਗਾ, ਉਹਨੇ 605 ਰੁਪਈਏ ਦਾ ਜਾਂਦੇ ਜਾਂਦੇ ਦਿੱਲੀ ਜੈਪੁਰ ਤੋਂ ਹੀਰਿਆਂ ਦਾ ਵਪਾਰ ਕੀਤਾ ਔਰ 600 ਦੇ ਖਰੀਦ ਕੇ ਉਹਨੇ ਉਹ 3000 ਦੇ ਵੇਚ ਲਏ। ਕਹੋ ਸਤਿਨਾਮ ਸ੍ਰੀ। ਔਰ ਹੁਣ ਬੜਾ ਖੁਸ਼ ਆ ਕਿ 3000 ਵਟ ਲਿਆ। ਜਦ ਘਰੇ ਗਿਆ ਉਹਦਾ ਪਿਤਾ ਕਹਿੰਦਾ ਆ ਗਿਆ ਪੁੱਤ? ਹਾਂ। ਲਿਆਇਆ ਉਪਦੇਸ਼ ਬਾਬਾ ਜੀ ਤੋਂ? ਕਹਿੰਦੇ ਜੀ ਕਿਹੜਾ ਉਪਦੇਸ਼? ਉਹ ਤਾਂ ਮਾਸ ਖਾਂਦੇ, ਸ਼ਿਕਾਰ ਖੇਡਦੇ ਆ, ਮੈਂ ਤਾਂ ਵੈਸ਼ਨੂੰ ਗੁਰੂ ਧਾਰਨ ਕਰਨਾ ਸੀ। ਉਹ ਕਹਿੰਦੇ ਚੱਲ ਛੱਡ, ਤੂੰ ਇਸ ਪਾਸੇ ਖਿਆਲ ਨਹੀਂ ਕਰੀਦਾ। ਉਹਨਾਂ ਨੇ ਤੈਨੂੰ ਕੀ ਦਿੱਤਾ? ਦੇਣਾ ਕੀ ਸੀਗਾ? ਇੱਕ ਕੜਾ ਲੋਹੇ ਦਾ, ਇਹੀ ਦਿਸਦਾ ਨਾ। ਇੱਕ ਪ੍ਰਸ਼ਾਦ ਹੈ, ਪਤਾ ਨਹੀਂ ਹੈ ਕਿਹੋ ਜਿਹਾ। ਜਦ ਖੋਲਿਆ ਤੇ ਗਰਮ ਗਰਮ ਕੜਾ ਪ੍ਰਸ਼ਾਦ। ਉਹ ਕਹਿੰਦਾ ਇਹ ਤਾਂ ਚੱਲ ਠੀਕ ਹੈ, ਕੋਈ ਉਪਦੇਸ਼ ਨਾਮ ਕੀ ਦਿੱਤਾ ਤੈਨੂੰ? ਉਪਦੇਸ਼ ਕੀ ਦਿੱਤਾ? ਉਪਦੇਸ਼ ਕੀ ਦੇਣਾ ਸੀਗਾ? ਸੱਚ ਇੱਕ ਰਸਤੇ ਵਿੱਚ ਕਮਲਾ ਜਿਹਾ ਸਿੱਖ ਟੱਕਰ ਗਿਆ ਔਰ ਮੈਂ 600 ਰੁਪਈਆ ਮੱਥਾ ਟੇਕਿਆ। ਉਹ ਮੈਨੂੰ ਕਹਿੰਦਾ ਮੈਂ ਤੈਨੂੰ 605 ਦੇ ਦਿੰਦਾ, ਤੂੰ ਇਹ ਸਮਾਨ ਮੈਨੂੰ ਦੇ ਦੇ। ਕਹਿੰਦੇ ਉਹਨਾਂ ਨੇ ਇੱਕ ਬਚਨ ਕਿਹਾ ਸੀਗਾ ਨਿਹਾਲ 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 ਸਿੱਖਾ, ਜਦੋਂ ਯਾਦ ਕਰੇਗਾ ਉਦੋਂ ਹੀ ਆਵਾਂਗੇ। ਉਹ ਕਹਿੰਦਾ ਮੈਂ ਉਹਨੂੰ ਦੇ ਦਿੱਤਾ। ਕਹੋ ਸਤਿਨਾਮ ਸੀ। ਕਹਿੰਦੇ ਜਾ ਓਏ, ਘਾਟਾ ਹੀ ਪਾ ਕੇ ਆਇਆ। ਕਹਿੰਦੇ ਘਾਟਾ ਕਿਉਂ ਪਾ ਕੇ ਆਇਆ? 600 ਰੁਪਈਏ ਦੇ ਹੀਰੇ ਖਰੀਦੇ ਮੈਂ ਦਿੱਲੀ ਤੋਂ, ਤੇ ਜੈਪੁਰ ਤੋਂ ਖਰੀਦ ਕੇ ਦਿੱਲੀ ਵੇਚੇ ਤੇ 3000 ਵਟ ਲਿਆ। ਕਹਿੰਦੇ 3000 ਕਿਸੇ ਕੰਮ ਦਾ ਨਹੀਂ, ਉਹ ਬਚਨ ਤਾਂ ਲੱਖਾਂ 'ਚ ਵੀ ਨਹੀਂ ਮਿਲਦਾ। ਤੇ ਧਰਮ ਚੰਦ ਨੇ ਦੂਜੇ ਦਿਨ ਖੇਤ ਜਾ ਕੇ ਜਦ ਹਲ ਜੋੜਿਆ ਤੇ ਉਹਦੇ ਹਲ ਦੀ ਚੌ ਵੱਜੀ ਥੱਲੇ ਕਿਸੇ ਭਾਂਡੇ 'ਚ। ਜਦ ਥਾਂ ਪੱਟਿਆ ਤੇ ਮੋਹਰਾਂ ਦਾ ਰੜਕਣਾ ਨਿਕਲਿਆ ਥੱਲਿਓਂ। ਕੋ ਸਤਨਾਮ ਸੀ। ਉਹਨੇ ਮੋਹਰਾਂ ਬਾਹਰ ਕੱਢੀਆਂ, ਘੜਾ ਬਾਹਰ ਕੱਢਿਆ, ਨੱਪਿਆ ਹੋਇਆ। ਗੁਰੂ ਪਿਆਰੇ ਉਹਦੀ ਗਿਣਤੀ ਕੀਤੀ ਤੇ 10 ਮਣ ਸੌਂਦ ਕੱਢ ਕੇ ਗੁਰੂ ਸਾਹਿਬ ਕੋਲ ਆ ਗਿਆ। ਇੰਨੇ ਦੋਨੇ ਪਿਓ ਪੁੱਤ ਉਹ ਵੀ ਆ ਗਏ। ਪਿਤਾ ਕਹਿੰਦਾ ਬਹੁਤ ਵੱਡੀ ਗਲਤੀ ਹੋ ਗਈ, ਐਡਾ ਵੱਡਾ ਬਚਨ ਤੂੰ ਕਿਸੇ ਸਿੱਖ ਨੂੰ ਕਿਉਂ ਕਹਿਤਾ? ਕਹਿੰਦਾ ਮੈਨੂੰ ਕੀ ਪਤਾ ਸੀਗਾ, ਚੱਲ ਤੇਰੇ ਨਾਲ ਦੁਬਾਰੇ ਲੈ ਕੇ ਆਈਏ। ਫਿਰ ਉਹ ਦੁਬਾਰੇ ਪਿਓ ਪੁੱਤ ਆਏ। ਉੱਧਰੋਂ ਪਿਓ ਪੁੱਤ ਆ ਗਏ, ਉੱਧਰੋਂ ਧਰਮਚੰਦ ਗੁਰੂ ਸਾਹਿਬ ਕੋਲ ਬੈਠਾ ਹੈ, 10 ਮਣ ਸੌਂਦ ਮੂਹਰੇ ਰੱਖ ਕੇ ਥੈਲੀ, ਤੇ ਬੇਨਤੀ ਕਰ ਰਿਹਾ ਮਹਾਰਾਜ ਅੱਜ ਇਹ ਲੋਕ ਤੁਹਾਡੇ ਬਚਨਾਂ ਤੇ ਭਰੋਸਾ ਨਹੀਂ ਕਰਦੇ, ਕੱਲ੍ਹ ਨੂੰ ਇਹਨਾਂ ਦਾ ਕੀ ਬਣੂਗਾ? ਪਾਤਸ਼ਾਹ ਕਹਿੰਦੇ 300 ਸਾਲ ਦੁਖੀ ਹੋਣਗੇ। ਫਿਰ ਕਹੋ ਸਤਨਾਮ ਸ੍ਰੀ। ਇੰਨੀ ਉਹ ਆ ਕੇ ਕਹਿਣ ਲੱਗੇ ਆ ਪਿਤਾ ਮਾਰੇ ਬੱਚੇ ਤੋਂ ਗਲਤੀ ਹੋ ਗਈ। ਬੱਚਾ ਕਹਿੰਦਾ ਜੀ ਆਹੀ ਸਿੱਖ ਸੀਗਾ, ਬੱਚੇ ਤੋਂ ਗਲਤੀ ਹੋ ਗਈ, ਇਹਨੇ ਜਿਹੜਾ ਤੁਹਾਡਾ ਦਿੱਤਾ ਬਚਨ ਸੀ ਉਹ 600 'ਚ ਵੇਚਤਾ, ਇਹ ਸਿੱਖ ਨੂੰ ਦੇਤਾ, ਵਾਪਸ ਦਵਾ ਦਿਓ। ਕਹਿੰਦੇ ਧਰਮਚੰਦ ਦੇ ਦੇ। ਕਹਿੰਦਾ ਮੈਂ ਤਾਂ ਨਹੀਂ ਵੇਚਦਾ ਕਿਸੇ ਭਾਅ ਵੀ। ਕਹੋ ਸਤਨਾਮ, ਇੰਨੀ ਕੀਮਤੀ ਚੀਜ਼ ਮੈਂ ਵੇਚਦਾ? ਮੈਂ ਨਹੀਂ ਵੇਚਦਾ, ਇਹ ਬਚਨ ਮੈਂ ਨਹੀਂ ਦਿੰਦਾ ਕਿਸੇ ਨੂੰ। ਪਾਤਸ਼ਾਹ ਕਹਿੰਦੇ ਦੇਖ ਵੀ ਸਿੱਖਾ, ਬਚਨ ਤਾਂ ਇੱਕ ਵਾਰੀ ਮਿਲਿਆ ਕਰਦਾ, ਹੁਣ ਤੂੰ ਆਪਦੀ ਮਰਜ਼ੀ ਨਾਲ ਇਹਨੂੰ ਦਿੱਤਾ, ਹੁਣ ਇਹਦੀ ਮਰਜ਼ੀ ਆ ਦੇਵੇ ਜਾਂ ਨਾ ਦੇਵੇ। ਇਸ ਕਰਕੇ ਗੁਰੂ ਦਾ ਬਚਨ ਹੀ ਹੁੰਦਾ ਜਿਹੜਾ ਸਿੱਖ ਦੇ ਨਾਲ ਕੰਮ ਕਰਦਾ। ਕਹੋ ਸਤਨਾਮ ਸ੍ਰੀ। ਗੁਰੂ ਸ਼ਬਦ ਕਰਕੇ ਸਿੱਖ ਦੇ ਨਾਲ ਰਹਿੰਦਾ, ਸਮੇਂ ਸਮੇਂ ਤੇ ਸਿੱਖ ਨੂੰ ਗਾਈਡ ਕਰਦਾ। ਅੰਤਰਜਾਮੀ ਸਦਾ ਸੰਗ ਕਰਨਾ ਹਾਰ ਪਛਾਣ। ਅਖੀਰ ਗੁਰੂ ਸਾਹਿਬ ਦੇ ਖਹਿੜੇ ਪੈ ਗਿਆ। ਪਿਤਾ ਕਹਿਣ ਲੱਗਿਆ ਬਾਪੂ ਜੀ ਕਰੋ ਕਿਰਪਾ। ਪਾਤਸ਼ਾਹ ਕਹਿੰਦੇ ਇੱਕ ਹੋਰ ਕੰਮ ਹੋ ਸਕਦਾ, ਹੁਣ ਇਹ ਤਾਂ ਟੱਪ ਗਿਆ ਟਾਈਮ। ਜਦੋਂ ਤੁਹਾਡਾ ਕੋਈ ਕੰਮ ਅੜ ਜੇ ਬਹੁਤਾ ਹੀ ਤਾਂ ਸ਼ੁੱਧ ਹਿਰਦੇ ਦੇ ਨਾਲ, ਸਫਾਈ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ
ਉਹਦੇ ਕੋਲੇ ਬੈਠ ਕੇ ਪੂਰਾ ਜਪਜੀ ਸਾਹਿਬ ਦਾ ਪਾਠ ਤੇ ਪੂਰਾ ਆਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਕਰ ਦਿਆ ਕਰਿਓ, ਤੁਹਾਡਾ ਕੰਮ ਹੋ ਜਿਆ ਕਰੂਗਾ। ਕਹੋ ਸਤਨਾਮ ਸੀ। ਫਿਰ ਇਹ ਬਚਨ ਦਿੱਤਾ ਦੁਬਾਰੇ ਸੰਗਤਾਂ ਨੂੰ। ਇਹ 100 ਸਾਖੀ ਵਿੱਚ ਲਿਖੀ ਹੋਈ ਸਾਖੀ ਆ। ਕਹਿੰਦੇ ਸਿੱਖੋ, ਜੇ ਕੋਈ ਕੰਮ ਅੜ ਜਾਵੇ ਨਾ, ਬਹੁਤਾ ਹੀ ਤੁਹਾਡਾ ਨਾ ਹੋਵੇ, ਤਾਂ ਫਿਰ ਤੁਸੀਂ ਕੜਾਹ ਪ੍ਰਸ਼ਾਦ ਬਣਾ ਕੇ ਉਹਦੇ ਕੋਲ ਰੱਖ ਕੇ 40 ਪੌੜੀਆਂ ਜਪਜੀ ਸਾਹਿਬ ਤੇ 40 ਆਨੰਦ ਸਾਹਿਬ ਦੀਆਂ ਕਰਕੇ ਅਰਦਾਸ ਕਰ ਦਿਆ ਕਰੋ, ਤੁਹਾਡੇ ਕੰਮ ਹੋ ਜਿਆ ਕਰਨਗੇ। ਇਹੋ ਜਿਹੇ ਬਚਨ ਤਾਂ ਕਦੇ ਕਦੇ ਮਿਲਦੇ ਆ। ਇਸ ਕਰਕੇ ਜਿਨ੍ਹਾਂ ਤੇ ਕਿਰਪਾ ਹੁੰਦੀ ਆ, ਮਨ ਕੀਆਂ ਇੱਛਾ ਪੂਰੀਆਂ, ਪਾਇਆ ਨਾਮ ਨਿਧਾਨ, ਅੰਤਰਜਾਮੀ ਸਦਾ ਸੰਗ ਕਰਨੇ ਹਾਰ ਪਛਾਣ, ਗੁਰ ਪ੍ਰਸਾਦੀ ਮੁਖ ਉਜਲਾ, ਜਪ ਨਾਮ ਦਾਨ ਇਸ਼ਨਾਨ। ਆਓ ਗੁਰੂ ਦੀ ਪ੍ਰਸਾਦ ਭਾਵ ਗੁਰੂ ਦੀ ਕਿਰਪਾ ਲੈ ਕੇ ਪਰਮੇਸ਼ਰ ਦਾ ਨਾਮ ਜਪੀਏ। ਕਾਮ ਕ੍ਰੋਧ ਲੋਭ ਬਿਨਸਿਆ ਤਜਿਆ ਸਭ ਅਮਾਨ, ਇਹਨਾਂ ਵਿਕਾਰਾਂ ਦਾ ਖਾਤਮਾ ਹੋ ਜਾਵੇਗਾ। ਕਾਮ ਕ੍ਰੋਧ ਲੋਭ ਮੋਹ ਬਿਨਸ ਜਾਏ ਅਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਸ਼ਲੋਕ ਸੁਖਮਨੀ ਸਾਹਿਬ ਜੀ ਕਾ। ਮਾਘ ਮਜਨ ਸੰਗ ਤਾ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੋ ਕਰਦਾਨ। ਕਾਮ ਕ੍ਰੋਧ ਨ ਮੋਹੀਐ ਬਿਨਸੈ ਲੋਭ ਸਵਾਨ, ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। 12 ਮਹਾ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ। ਕਹਿੰਦੇ ਫਿਰ ਜਦੋਂ ਤੂੰ ਨਾਮ ਜਪੇਗਾ, ਇਹਨਾਂ 5 ਵਿਕਾਰਾਂ ਦਾ ਖਾਤਮਾ ਹੋ ਜਾਵੇਗਾ। ਪਾਇਆ ਲਾਹਾ ਲਾਭ ਨਾਮ, ਫਿਰ ਨਾਮ ਜਪਣ ਦਾ ਤੈਨੂੰ ਫਾਇਦਾ ਕੀ ਮਿਲੇਗਾ, ਇਹਦਾ ਲਾਹਾ ਕੀ ਮਿਲੇਗਾ, ਲਾਭ ਕੀ ਮਿਲੇਗਾ। ਪੂਰਨ ਹੋਏ ਕਾਮ, ਤੇਰੇ ਸਾਰੇ ਕਾਰਜ ਪੂਰੇ ਹੋ ਜਾਣਗੇ। ਕਰ ਕਿਰਪਾ ਪ੍ਰਭ ਮੇਲਿਆ, ਦੀਆ ਆਪਣਾ ਨਾਮ। ਜਦੋਂ ਗੁਰੂ ਕਿਰਪਾ ਕਰਦਾ ਹੈ, ਚੰਗੇ ਭਾਗਾਂ ਦਾ ਸਦਕਾ ਸੰਗਤ ਚ ਆਉਣੇ ਆ, ਸੰਗਤ ਚ ਆ ਕੇ ਗੁਰੂ ਨੂੰ ਮਿਲਦੇ ਆ। ਗੁਰੂ ਕਿਰਪਾ ਕਰਕੇ ਸਾਨੂੰ ਪਰਮੇਸ਼ਰ ਨਾਲ ਮਿਲਾ ਦਿੰਦਾ। ਕੋ ਸਤਨਾਮ ਸੀ। ਜਿੱਥੋਂ ਆਏ ਆ ਆਪਣੇ ਘਰੇ ਭੇਜ ਦਿੰਦਾ। ਕਰ ਕਿਰਪਾ ਪ੍ਰਭ ਮੇਲਿਆ, ਦੀਆ ਆਪਣਾ ਨਾਮ। ਫਿਰ ਕੀ ਹੋਊਗਾ? ਹੋਰ ਜਮਨਾ ਮਰਨਾ ਖਤਮ। ਆਵਨ ਜਾਣਾ ਰਹਿ ਗਿਆ, ਆਪ ਹੋਆ ਮਿਹਰਬਾਨ। ਫਿਰ ਪਰਮੇਸ਼ਰ ਕਹਿੰਦਾ, ਪੁੱਤ ਹੁਣ ਤੂੰ ਟੇਢੀਆਂ ਜੂਨਾਂ 'ਚ ਨਹੀਂ ਜਾਣਾ, ਮੇਰੇ ਕੋਲੇ ਬਹਿ ਜਾ। ਕਹੋ ਸਤਨਾਮ ਸੀ। ਪਰਮੇਸ਼ਰ ਦੇ ਚਰਨਾਂ ਵਿੱਚ ਟਿਕਾਣਾ ਮਿਲ ਜਾਂਦਾ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ, ਸੱਚਾ ਪਿੜ ਮੱਲਿਆ। ਫਿਰ ਇਹ ਚੀਜ਼ ਪ੍ਰਾਪਤ ਹੋ ਜਾਂਦੀ ਆ। ਪਾਇਆ ਲਾਹਾ ਲਾਭ ਨਾਮ, ਪੂਰਨ ਹੋਏ ਕਾਮ। ਕਰ ਕਿਰਪਾ ਪ੍ਰਭ ਮੇਲਿਆ, ਦੀਆ ਆਪਣਾ ਨਾਮ। ਆਵਣ ਜਾਣਾ ਰਹਿ ਗਿਆ, ਆਪ ਹੋਆ ਮਿਹਰਬਾਨ। ਸੱਚ ਮਹਿਲ ਘਰ ਪਾਇਆ, ਗੁਰ ਕਾ ਸ਼ਬਦ ਪਛਾਣ। ਜਦੋਂ ਗੁਰੂ ਦੇ ਸ਼ਬਦ ਦੀ ਮਹਿਮਾ ਨੂੰ ਜਾਣ ਲਿਆ, ਪਛਾਨਣਾ ਹੁੰਦਾ ਹੈ, ਇਹਦੀ ਪਾਵਰ ਨੂੰ ਸਮਝਣਾ, ਸ਼ਬਦ ਦੀ ਕਿੰਨੀ ਪਾਵਰ ਹੈ। ਕਹੋ ਸਤਨਾਮ ਸ੍ਰੀ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਪਛਾਣ ਲਿਆ, ਉਹਨਾਂ ਨੂੰ ਇੱਥੇ ਵੀ ਘਰ ਮਿਲ ਗਿਆ, ਉੱਥੇ ਵੀ ਮਿਲ ਗਿਆ। ਕਹੋ ਸਤਨਾਮ ਸ੍ਰੀ। ਸੱਚੀ ਦਰਗਹਿ ਜਾਏ, ਸੱਚਾ ਪੜ ਮਿਲਿਆ। ਸੱਚ ਮਹਿਲ ਘਰ ਪਾਇਆ, ਗੁਰ ਕਾ ਸ਼ਬਦ ਪਛਾਣ। ਭਗਤ ਜਨਾ ਕੋ ਰਾਖਦਾ, ਆਪਣੀ ਕਿਰਪਾ ਧਾਰ ਸਿੱਖੋ। ਐਸਾ ਪਰਮੇਸ਼ਰ ਹੈ ਜਿਸ ਨੂੰ ਪ੍ਰਾਪਤ ਕਰੀਏ ਗੁਰੂ ਨਾਲ ਮਿਲ ਕੇ। ਮਿਲ ਸਤਿਗੁਰ ਸਭ ਦੁੱਖ ਗਿਆ, ਹਰ ਸੁਖ ਵਸਿਆ ਮਨ ਆਏ। ਭਗਤ ਜਨਾ ਕੋ ਰਾਖਦਾ, ਆਪਣੀ ਕਿਰਪਾ ਧਾਰ। ਹਲਤ ਪਲਤ ਮੁਖ ਉਜਲੇ, ਸਾਚੇ ਕੇ ਗੁਣਸਾਰ। ਉਹਨਾਂ ਦੇ ਲੋਕ ਤੇ ਪਰਲੋਕ ਦੋਹਾਂ ਲੋਕਾਂ ਵਿੱਚ ਮੁਖ ਉਜਲੇ ਹੋ ਗਏ, ਜਿਨ੍ਹਾਂ ਨੇ ਸੱਚੇ ਦੀ ਸਾਰ ਨੂੰ ਜਾਣ ਲਿਆ, ਸੱਚੇ ਦੇ ਗੁਣਾਂ ਨੂੰ ਗਾ ਲਿਆ, ਜਿਨ੍ਹਾਂ ਨੇ ਤੱਤ ਨੂੰ ਪਛਾਣ ਲਿਆ। 8 ਪਹਿਰ ਗੁਣ ਸਾਰ ਦੇ, ਰਤੇ ਰੰਗ ਅਪਾਰ। ਉਹ 8 ਪਹਿਰ ਗੁਰੂ ਦੇ ਗੁਣ ਗਾਉਂਦੇ ਰਹਿੰਦੇ ਆ, ਉਹਦੇ ਰੰਗ ਵਿੱਚ ਰੰਗੇ ਜਾਂਦੇ ਆ। ਪਾਰ ਬ੍ਰਹਮ ਸੁਖ ਸਾਗਰੋ, ਨਾਨਕ ਸਦ ਬਲਿਹਾਰ। ਸੁੱਖਾਂ ਦਾ ਸਾਗਰ ਪਰਮੇਸ਼ਰ ਉਹਨਾਂ ਨੂੰ ਮਿਲ ਜਾਂਦਾ ਹੈ। ਤੇ ਜਿਨ੍ਹਾਂ ਨੂੰ ਪਰਮੇਸ਼ਰ ਮਿਲ ਗਿਆ, 5ਵੇਂ ਨਾਨਕ ਜੀ ਕਹਿੰਦੇ, ਮੈਂ ਵੀ ਉਹਨਾਂ ਤੋਂ ਬਲਿਹਾਰੇ ਜਾਂਦਾ ਹਾਂ। ਸਹੀ ਪਿਆਰਿਆ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਮੈਂ ਵੀ ਉਹਨਾਂ ਤੋਂ ਬਲਿਹਾਰੇ ਜਾਂਦਾ ਹਾਂ, ਜਿਹੜੇ 8 ਪਹਿਰ ਉਹਦੇ ਗੁਣ ਗਾਉਂਦੇ ਆ, ਚੱਤੋ ਪਹਿਰ।
जिन्हां नूं परमेश्वर की प्राप्ति होगी मैं भी उन्हां दे चरनां दी धूड़ मंगदा। अज दा फरमान भी यही आ, कोई जन हर स्यों देवै जोर, चरण गहों बकों सुब रसना दीजै प्राण अकोर। इसी अज दे पवित्र वचन दी विचार। अगला शब्द भी इस लड़ी नाल जुड़ता है, पूरा सतगुर जे मिले पाईए शब्द निधान। पहला तो गुरु नूं मिलीए, पहला बाहरों गुरु दे संगी मिलणगे, सतसंगी मिलणगे, फिर तुहानूं वो गुरु कोले लैके आउणगे, फिर गुरु अगली कृपा करेगा। तो गुरु नूं मिलना चाहिए। पूरा सतगुर जे मिले पाईए शब्द निधान, कर कृपा प्रभु अपनी जपीए अमृत नाम। फिर गुरु तो कृपा मंगीए, फिर गुरु किवें कृपा करदा है ये आपां कल दे अगले शब्दां विच सरवण करांगे, अगले दीवाना भी सरवण करांगे। बोलदियां ने का अखर बाद घाट हो जाते। सिख संगतां ते सतगुरु बख्शण योग है, बख्श लेना जी। समाप्ति करिए। बुलाओ फतेह पाओ फतेह। वाहिगुरु जी का खालसा, वाहिगुरु जी की फतेह। वाहिगुरु वाहिगुरु वाहिगुरु।